ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਓਪੀਡੀ ਮਰੀਜ਼ਾਂ ਦੇ ਕੋਵਿਡ ਟੈਸਟ ਤੇ ਪੀਜੀਆਈ ਨੇ ਲਗਾਈ ਰੋਕ। ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਂਚ ਕਰਨਾ ਹੋ ਰਿਹਾ ਸੀ ਮੁਸ਼ਕਿਲ। ਨਾਮੀ ਗੈਂਗਸਟਰ ਨਵ ਲਾਹੌਰੀਆ ਨੂੰ ਇਲਾਜ ਦੇ ਲਈ ਕੜੀ ਸੁਰੱਖਿਆ 'ਚ ਲਿਆਂਦਾ ਗਿਆ। ਪੀਜੀਆਈ ਕੀਤਾ ਗਿਆ ਅੱਖ ਦਾ ਆਪਰੇਸ਼ਨ। ਤੇ ਸਾਬਕਾ ਸੇਵਾ ਆਯੋਗ ਦੇ ਅਧਿਕਾਰੀਆਂ ਨੇ ਮੰਗੀ ਪੈਨਸ਼ਨ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੀਜੀਆਈ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਓਪੀਡੀ ਵਿੱਚ ਕਿਸੇ ਵੀ ਡਾਕਟਰ ਨੂੰ ਜੇ ਤੁਸੀਂ ਦਿਖਾਉਣਾ ਹੈ, ਆਪਣਾ ਇਲਾਜ ਕਰਾਉਣਾ ਹੈਗਾ ਹੈ, ਤਾਂ ਉਸ ਤੋਂ ਪਹਿਲਾਂ ਤੁਹਾਨੂੰ ਕੋਵਿਡ ਦਾ ਟੈਸਟ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਹੈ। ਤੇ ਇਸ ਦੇ ਲਈ ਵੱਡੀਆਂ ਲਾਈਨਾਂ ਦੇ ਵਿੱਚ ਖੜਾ ਹੋਣਾ ਪੈਂਦਾ ਸੀ। ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਪੀਜੀਆਈ ਦੇ ਵਿੱਚ ਓਪੀਡੀ ਦੇ ਦੌਰਾਨ ਇਹ ਕੋਵਿਡ ਦੇ ਟੈਸਟ ਕਰਵਾਉਣ ਨੂੰ ਲੈ ਕੇ ਜੋ ਪਹਿਲਾਂ ਐਲਾਨ ਕੀਤੇ ਗਏ ਸੀ, ਜੋ ਹੁਕਮ ਜਾਰੀ ਕੀਤੇ ਗਏ ਸੀ, ਉਹ ਵਾਪਸ ਲੈ ਲਏ ਗਏ ਨੇ। ਤੇ ਹੁਣ ਇਸ ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਮਰੀਜ਼ ਆਉਂਦੇ ਸੀ ਤੇ ਉਹਨਾਂ ਦਾ ਟੈਸਟ ਕਰਨਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਸੀ। ਓਪੀਡੀ ਵਿੱਚ ਮਰੀਜ਼ਾਂ ਦੀ ਭੀੜ ਦੇ ਕਾਰਨ ਪੀਜੀਆਈ ਨੇ ਮਰੀਜ਼ਾਂ ਦੇ ਲਈ ਰੈਪਿਡ ਟੈਸਟਿੰਗ ਅਤੇ ਆਰਟੀਪੀਸੀਆਰ ਟੈਸਟਿੰਗ ਦੇ ਲਈ ਤਦ ਤੱਕ ਰੋਕ ਲਗਾ ਦਿੱਤੀ ਹੈ ਜਦ ਤੱਕ ਉਹਨਾਂ ਨੂੰ ਸਰਜਰੀ ਜਾਂ ਫਿਰ ਐਡਮਿਸ਼ਨ ਦੀ ਲੋੜ ਨਾ ਹੋਵੇ। ਸੂਤਰਾਂ ਦੇ ਮੁਤਾਬਿਕ ਇੰਨੀ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਂਚ ਕਰਨਾ ਹਰ ਰੋਜ਼ ਸੰਭਵ ਨਹੀਂ ਹੈ। ਪੀਜੀਆਈ ਦੇ ਇੱਕ ਫੈਕਲਟੀ ਨੇ ਦੱਸਿਆ ਹੈ ਕਿ ਸ਼ੁਰੂਆਤ ਵਿੱਚ ਪੀਜੀਆਈ ਵਿੱਚ ਆਉਣ ਵਾਲੇ ਹਰ 10ਵੇਂ ਮਰੀਜ਼ ਦਾ ਟੈਸਟ ਕਰ ਰਿਹਾ ਸੀ, ਲੇਕਿਨ ਮਰੀਜ਼ਾਂ ਦੀ ਆਮਦ ਵਧਣ ਤੋਂ ਬਾਅਦ ਟੈਸਟ ਬੰਦ ਕਰ ਦਿੱਤਾ ਗਿਆ ਹੈ। ਹੁਣ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ। 32 ਵਿੱਚ MS ਪ੍ਰੋਫੈਸਰ ਨੇ ਕਿਹਾ ਹੈ ਕਿ ਓਪੀਡੀ ਵਿੱਚ ਮਰੀਜ਼ਾਂ ਦੀ ਗਿਣਤੀ ਵਧਣ ਤੇ GMCH 32 ਵਿੱਚ ਵੀ ਟੈਸਟ ਰੋਕ ਦਿੱਤੇ ਜਾਣਗੇ। ਉਹਨਾਂ ਨੇ ਕਿਹਾ ਹੈ ਕਿ ਅਸੀਂ ਓਪੀਡੀ ਦੇ ਦੌਰਾਨ ਸਾਰੇ ਮਰੀਜ਼ਾਂ ਦੇ ਲਈ ਰੈਪਿਡ ਟੈਸਟ ਕਰ ਰਹੇ ਸੀ, ਪਰ ਹੁਣ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਤਾਂ ਸਾਨੂੰ ਟੈਸਟ ਤੋਂ ਇਲਾਵਾ ਹੋਰ ਨਿਯਮਾਂ ਦੇ ਬਾਰੇ ਵਿੱਚ ਸੋਚਣਾ ਹੋਵੇਗਾ ਕਿਉਂਕਿ ਟੈਸਟ ਸਾਰਿਆਂ ਦੇ ਨਹੀਂ ਕੀਤੇ ਜਾ ਸਕਦੇ। ਉਧਰ ਨਾਮੀ ਗੈਂਗਸਟਰ ਨਵ ਲਾਹੌਰੀਆ ਨੂੰ ਪੀਜੀਆਈ ਦੇ ਵਿੱਚ ਲਿਆਂਦਾ ਗਿਆ। ਕੜੀ ਸੁਰੱਖਿਆ ਦੇ ਵਿੱਚ ਉਸ ਨੂੰ ਪੀਜੀਆਈ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੇ ਅੱਖ ਦਾ ਆਪਰੇਸ਼ਨ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਨਵ ਲਾਹੌਰੀਆ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਾਫੀ ਕਰੀਬੀ ਹੈ। ਪੀਜੀਆਈ ਵਿੱਚ ਮਸ਼ਹੂਰ ਗੈਂਗਸਟਰ ਨਵ ਲਾਹੌਰੀਆ ਦਾ ਇਲਾਜ। ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਦਾ ਕਰੀਬੀ ਹੈ ਲਾਹੌਰੀਆ। ਪੀਜੀਆਈ ਵਿੱਚ ਲਾਹੌਰੀਆ ਦਾ ਕੀਤਾ ਗਿਆ ਅੱਖ ਦਾ ਆਪਰੇਸ਼ਨ। ਸਖਤ ਸੁਰੱਖਿਆ ਦਰਮਿਆਨ ਪਟਿਆਲਾ ਤੋਂ ਲਿਆਂਦਾ ਗਿਆ ਚੰਡੀਗੜ੍ਹ। ਸੁਰੱਖਿਆ ਵਿੱਚ ਖੁਦ ਤੈਨਾਤ ਰਹੇ DSP। ਮਸ਼ਹੂਰ ਗੈਂਗਸਟਰ ਨਵ ਲਾਹੌਰੀਆ ਦਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਅੱਖ ਦਾ ਆਪਰੇਸ਼ਨ ਕੀਤਾ ਗਿਆ। ਸਖਤ ਸੁਰੱਖਿਆ ਦਰਮਿਆਨ ਪੁਲਿਸ ਨਵ ਲਾਹੌਰੀਆ ਨੂੰ ਪਟਿਆਲਾ ਜੇਲ੍ਹ ਤੋਂ ਇਲਾਜ ਕਰਵਾਉਣ ਦੇ ਲਈ ਚੰਡੀਗੜ੍ਹ ਪੀਜੀਆਈ ਦੇ ਐਡਵਾਂਸ ਆਈ ਕੇਅਰ ਸੈਂਟਰ ਵਿੱਚ ਲਿਆਈ, ਜਿੱਥੇ ਪੀਜੀਆਈ ਦੇ ਡਾਕਟਰਾਂ ਨੇ ਨਵ ਲਾਹੌਰੀਆ ਦੀ ਇੱਕ ਅੱਖ ਦਾ ਲੇਜ਼ਰ ਦੇ ਨਾਲ ਆਪਰੇਸ਼ਨ ਕੀਤਾ। ਜਾਣਕਾਰੀ ਮਿਲੀ ਹੈ ਕਿ ਲਾਹੌਰੀਆ ਦੀ ਇੱਕ ਅੱਖ ਦੀ ਨਜ਼ਰ ਕਾਫੀ ਕਮਜ਼ੋਰ ਸੀ। ਦੱਸ ਦਈਏ ਕਿ ਜਦੋਂ ਲਾਹੌਰੀਆ ਦੀ ਗ੍ਰਿਫਤਾਰੀ ਹੋਈ ਸੀ ਤਾਂ ਪੁੱਛਗਿੱਛ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਉਹ ਉਹੀ ਗੈਂਗਸਟਰ ਹੈ ਜੋ ਪੰਜਾਬ ਪੁਲਿਸ ਦੇ SSP ਸਿੱਧੂ ਉੱਤੇ ਗੋਲੀਆਂ ਦਾਗਣਾ ਚਾਹੁੰਦਾ ਸੀ, ਲੇਕਿਨ ਰਣਜੀਤ ਨਗਰ ਦੇ ਵਿੱਚ ਮੁੱਠਭੇੜ ਦੌਰਾਨ ਛੱਤ ਤੋਂ ਕੁੱਦ ਕੇ ਉਹ ਭੱਜ ਨਿਕਲਿਆ ਸੀ ਤੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਲਾਹੌਰੀਆ ਨੇ ਖੁਲਾਸਾ ਕੀਤਾ ਸੀ ਕਿ ਉਹ SSP ਸਿੱਧੂ ਨੂੰ ਗੋਲੀ ਮਾਰਨ ਵਾਲਾ ਸੀ, ਲੇਕਿਨ ਗੋਲੀ ਪਿਸਟਲ ਦੇ ਵਿੱਚ ਅਟਕ ਗਈ ਸੀ। ਇਸ ਮਸ਼ਹੂਰ ਗੈਂਗਸਟਰ ਖਿਲਾਫ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਦੇ ਵਿੱਚ ਅਪਰਾਧਿਕ ਮਾਮਲੇ ਦਰਜ ਨੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਨਵ ਸੰਧੂ ਲਾਹੌਰੀਆ ਸਮਾਣਾ ਪਟਿਆਲਾ ਦਾ ਰਹਿਣ ਵਾਲਾ ਹੈ ਤੇ ਪਟਿਆਲਾ ਦੇ ਇੱਕ ਕਾਲਜ ਤੋਂ ਉਸਨੇ ਇੰਜੀਨੀਅਰਿੰਗ ਪਾਸ ਕੀਤੀ ਸੀ, ਲੇਕਿਨ ਆਪਣੀ ਗਰਲਫ੍ਰੈਂਡ ਦੇ ਭਰਾ ਦੇ ਨਾਲ ਹੋਏ ਝਗੜੇ ਤੋਂ ਬਾਅਦ ਉਹ ਭਗੌੜਾ ਹੋ ਗਿਆ ਤੇ ਉਸ ਤੋਂ ਬਾਅਦ ਉਹ ਅਪਰਾਧ ਦੀ ਦੁਨੀਆ ਦੇ ਵਿੱਚ ਸਰਗਰਮ ਹੋ ਗਿਆ ਅਤੇ ਇਸ ਤੋਂ ਬਾਅਦ ਉਸਨੇ ਇੱਕ ਤੋਂ ਬਾਅਦ ਇੱਕ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਲਾਹੌਰੀਆ ਮਸ਼ਹੂਰ ਗੈਂਗਸਟਰ ਸੰਪਤ ਨਹਿਰਾ ਤੇ ਲਾਰੈਂਸ ਬਿਸ਼ਨੋਈ ਦਾ ਵੀ ਕਰੀਬੀ ਦੱਸਿਆ ਜਾਂਦਾ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ।
ਉਧਰ ਧਰਨੇ ਪ੍ਰਦਰਸ਼ਨਾਂ ਦਾ ਦੌਰ ਵੀ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਤੇ ਇਸੇ ਦੇ ਚੱਲਦਿਆਂ ਸੇਵਾ ਆਯੋਗ ਦੇ ਸਾਬਕਾ ਕਰਮਚਾਰੀਆਂ ਨੇ ਵੀ ਹੁਣ ਮੰਗ ਕੀਤੀ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਪੈਨਸ਼ਨ ਹੈਗੀ ਹੈ ਜਿਹੜੀ ਉਹ ਦਿੱਤੀ ਜਾਵੇ ਤੇ ਨਾਲ ਜੋ ਇਲਾਜ ਦੀਆਂ ਸੁਵਿਧਾਵਾਂ ਹੋਰਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਵੀ ਮਿਲਣ। वन प्रिविलेज ये रिलेटेड हैगा वे शॉर्ट सर्विस कमीशन ऑफिसर्स ਜਿਹੜੇ ਰਿਲੀਜ਼ਡ ਹੈਗੇ ਨੇ ਉਹਨਾਂ ਵਾਸਤੇ ਇਸ ਇਹ ਸ਼ਾਰਟ ਸਰਵਿਸ ਕਮਿਸ਼ਨ ਰੈਂਕ ਜਿਹੜੀ ਹੈਗੀ ਹੈ ਇਹਨੂੰ ਵਨ ਰੈਂਕ ਵਨ ਪੈਨਸ਼ਨ ਤੇ ਮੈਡੀਕਲ ਫੈਸਿਲਿਟੀਜ਼ ਜਿਵੇਂ ਦੂਜੇ ਫੌਜ ਦੇ ਜਿਵੇਂ ਸਿਪਾਹੀ ਤੋਂ ਲੈ ਕੇ ਜਰਨੈਲ ਤੱਕ ਜਿੰਨੇ ਵੀ ਆਫਿਸਰਸ ਨੂੰ ਮਿਲਦੀ ਹੈ ਇਹਨਾਂ ਨੂੰ ਨਹੀਂ ਮਿਲਦੀ। ਸ਼ਾਰਟ ਸਰਵਿਸ ਇਹਦੀ ਬੈਕਗਰਾਉਂਡ ਇਹ ਹੈਗੀ ਕਿ ਸ਼ਾਰਟ ਸਰਵਿਸ ਕਮਿਸ਼ਨ ਸ਼ੁਰੂ ਕਦੋਂ ਹੋਇਆ ਇਹ ਸੀ ਇਹ ਇੱਕ ਐਮਰਜੈਂਸੀ ਕਮਿਸ਼ਨ ਦੇ ਨਾਲ ਸ਼ੁਰੂ ਹੋਇਆ ਸੀ 1962 ਦੀ ਲੜਾਈ ਦੇ ਬਾਅਦ ਜਦੋਂ ਸ਼ਾਰਟੇਜ ਆਫ ਆਫਿਸਰਸ ਹੋ ਗਈ ਸੀ ਔਰ ਸ਼ਾਰਟੇਜ ਆਫ ਆਫਿਸਰਸ ਹੋਣ ਦੇ ਕਾਰਨ ਇੱਕਦਮ ਇਮੀਡੀਏਟਲੀ ਸਾਨੂੰ ਬਹੁਤ ਸਾਰੇ ਆਫਿਸਰਸ ਚਾਹੀਦੇ ਸੀ ਤੇ ਬਹੁਤ ਜ਼ਿਆਦਾ ਜੋ ਆਫਿਸਰਸ ਸਾਨੂੰ ਚਾਹੀਦੇ ਹੈਗੇ ਸੀ ਤੇ ਉਸ ਟਾਈਮ ਦੇਸ਼ ਨੇ ਇੱਕ ਯੂਥ ਨੂੰ ਬੁਲਾਇਆ ਕਿ ਬਈ ਇਸ ਲੜਾਈ ਲੜਨ ਵਾਸਤੇ ਸਾਨੂੰ ਹੋਰ ਆਫਿਸਰਸ ਚਾਹੀਦੇ ਹੈਗੇ ਨੇ ਤੇ ਅੱਛੀਆਂ ਰੈਂਕਾਂ ਤੋਂ ਅੱਛੀਆਂ ਪੋਸਟਾਂ ਤੋਂ ਲੋਕ ਛੱਡ ਕੇ ਦੇਸ਼ ਸੇਵਾ ਵਾਸਤੇ ਇਹ ਐਮਰਜੈਂਸੀ ਕਮਿਸ਼ਨ 'ਚ ਆ ਗਏ ਔਰ ਉਹਦੇ ਬਾਅਦ ਐਮਰਜੈਂਸੀ ਕਮਿਸ਼ਨ ਹੋਣ ਦੇ ਬਾਅਦ ਜਿਹੜਾ ਉਹਨਾਂ ਦਾ ਕੰਟਰੈਕਟ ਪੀਰੀਅਡ ਸੀ 5 ਇਅਰਸ ਕਈਆਂ ਦੀ ਥੋੜ੍ਹੀ ਜਿਹੀ ਐਕਸਟੈਂਸ਼ਨ ਹੋ ਗਈ 10 ਸਾਲ ਤੱਕ ਵੀ ਉਹਨਾਂ ਨੇ ਕੀਤੀ ਉਹ ਕੰਟਰੈਕਟ ਪੀਰੀਅਡ ਤੋਂ ਬਾਅਦ ਉਹਨਾਂ ਨੂੰ ਪਾਰ ਭੇਜ ਦਿੱਤਾ ਗਿਆ। ਜਿਹੜੀ ਕਮਿਸ਼ਨ ਹੈਗੀ ਸੀ ਉਹਨਾਂ ਕੋਲ ਬਰਕਰਾਰ ਉਹਨਾਂ ਦੀ ਰੈਂਕ ਜਿਹੜੀ ਹੈਗੀ ਸੀ ਉਹਨਾਂ ਕੋਲ ਹੀ ਹੈਗੀ ਸੀ ਕਿਉਂਕਿ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਉਹਨਾਂ ਨੂੰ ਕਮਿਸ਼ਨ ਰੈਂਕ ਦਿੱਤੀ ਹੋਈ ਸੀ ਨਾ ਓਵਰ ਇਹ ਪੀਰੀਅਡ ਹੁਣ 50-55 ਸਾਲ ਹੋ ਗਏ ਨੇ ਓਵਰ ਇਹ ਪੀਰੀਅਡ ਕਿਸੇ ਇੱਦਾਂ ਦੀ ਕੋਈ ਗੱਲਬਾਤ ਇਸ ਵਾਰ ਨਹੀਂ ਹੋਈ ਕਿਉਂਕਿ ਸ਼ਾਇਦ ਲੋਕਾਂ ਨੇ ਸੋਚਿਆ ਕਿ ਬਈ ਦੇਸ਼ ਸੇਵਾ ਹੀ ਸਭ ਤੋਂ ਇੰਪੋਰਟੈਂਟ ਹੈਗਾ ਵੇ ਲੇਕਿਨ ਜਿਵੇਂ ਜਿਵੇਂ ਇਹ ਸ਼ਾਰਟ ਸਰਵਿਸ ਕਮਿਸ਼ਨ ਹੁਣ ਮੈਂ ਆਖਾਂਗਾ ਅਗਰ 1965 ਦੀ ਹੈਗੀ ਹੈ ਤੇ ਹੁਣ ਬੁੱਢੀ ਹੋ ਗਈ ਕਿਉਂਕਿ ਇੱਕ ਐਕਸਪੈਰੀਮੈਂਟ ਇੱਕ ਐਮਰਜੈਂਸੀ ਵਾਸਤੇ ਹੈਗਾ ਸੀ ਇੱਕ ਉਸ ਟਾਈਮ ਸ਼ੇਰ ਆਇਆ ਕੇ ਲਈ ਲੋਕ ਭੱਜਦੇ ਗਏ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਲੇਕਿਨ ਓਵਰ ਇਹ ਪੀਰੀਅਡ ਇੱਕ ਕਨਸੈਪਟ ਬਣ ਗਈ ਕਿ ਬਈ ਕਿਉਂਕਿ ਇੰਡੀਆ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਹੈ ਤੇ ਆਫਿਸਰਸ ਆ ਜਾਂਦੇ ਹੈਗੇ ਨੇ ਦੇ ਕੰਸੀਡਰ ਕਿ ਸ਼ਾਰਟ ਸਰਵਿਸ ਸ਼ਾਇਦ ਲੋਕ ਇਸ ਵਾਸਤੇ ਆਉਂਦੇ ਨੇ ਇੰਪਲੋਇਮੈਂਟ ਪੁਆਇੰਟ ਆਫ ਵਿਊ ਦੇ ਨਾਲ ਲੇਕਿਨ ਸਾਡੇ ਜਨਰਲ ਰਾਵਤ ਸਾਹਿਬ ਨੇ ਵੀ ਆਖਿਆ ਗਿਆ ਹੁਣੇ ਸੀਡੀਐਸ ਨੇ ਕਿ ਜਿਹੜਾ ਆਰਮ ਫੋਰਸਿਸ ਦੇ ਵਿੱਚ ਐਂਟਰੀ ਹੁੰਦੀ ਹੈ ਇਟ ਇਜ਼ ਨਾਟ ਇੰਪਲੋਇਮੈਂਟ ਓਪਰਚੁਨਿਟੀ ਇਟ ਇਜ਼ ਅ ਸੈਕਰੀਫਾਈਸ ਇਹ ਸੈਕਰੀਫਾਈਸ ਕਰਨ ਵਾਸਤੇ ਔਰ ਜਜ਼ਬਾ ਹੁੰਦਾ ਔਰ ਇਹ ਜਜ਼ਬੇ ਨੂੰ ਪੂਰਾ ਕਰਨ ਵਾਸਤੇ ਜਦੋਂ ਡਿਮਾਂਡ ਹੈ ਦੇਸ਼ ਵਾਸਤੇ ਲੜਨ ਵਾਸਤੇ ਜਦੋਂ ਸੋਲਜਰਸ ਦੀ ਲੋੜ ਪਈ ਯੂਥ ਪਹੁੰਚਦੇ ਗਿਆ ਲੇਕਿਨ ਉਹਨਾਂ ਨੂੰ ਬਾਹਰ ਕੱਢਤਾ ਗਿਆ ਉਹ ਬਾਹਰ ਕੱਢਣ ਦੇ ਨਾਲ ਉਹਨਾਂ ਨੂੰ ਜਿਹੜੇ ਪ੍ਰਿਵਿਲੇਜਸ ਹੈ ਉਹਨਾਂ ਨੂੰ ਜਿਹੜੇ ਪ੍ਰਿਵਿਲੇਜਸ ਮਿਲਣੇ ਚਾਹੀਦੇ ਹੈਗੇ ਸੀ ਉਹ ਕਿਸੇ ਨੇ ਅਣਦੇਖੀ ਕਰਤੀ 55 ਸਾਲ ਤੋਂ ਇੱਕਦਮ ਚੁੱਪਚਾਪ ਰਹੇ ਲੇਕਿਨ ਜਦੋਂ ਵਨ ਰੈਂਕ ਵਨ ਪੈਨਸ਼ਨ ਜਦੋਂ ਇੱਥੋਂ ਜਦੋਂ ਨਵੀਂ ਸਰਕਾਰ ਆਈ ਹੈ ਖਾਸ ਕਰਕੇ 2014 ਦੇ ਬਾਅਦ ਉਸ ਸਰਕਾਰਾਂ ਨੇ ਆਖਿਆ ਕਿ ਅਸੀਂ ਇਲੈਕਸ਼ਨਸ ਤੋਂ ਪਹਿਲਾਂ ਆਖਿਆ ਕਿ ਅਸੀਂ OROP ਦੇਵਾਂਗੇ ਖਾਸ ਕਰਕੇ ਮੋਦੀ ਸਾਹਿਬ ਨੇ ਇੱਕ ਐਲਾਨ ਵੀ ਕੀਤਾ ਜਦੋਂ ਰੇਵਾੜੀ ਦੀ ਇੱਕ ਕਾਨਫਰੰਸ ਆਈ ਉਸ ਕਾਨਫਰੰਸ ਦੇ ਵਿੱਚ ਵਨ ਰੈਂਕ ਵਨ ਪੈਨਸ਼ਨ ਜਦੋਂ ਸਾਰਿਆਂ ਨੂੰ ਮਿਲ ਗਿਆ ਜਦੋਂ ਵਨ ਰੈਂਕ ਪੈਨਸ਼ਨ ਮਿਲ ਗਿਆ ਔਰ ਉਹ ਜੰਤਰ ਮੰਤਰ ਦੇ ਵਿੱਚ ਕਾਫੀ ਲੋਕੀ ਇਹ ਸ਼ੋਰ ਮਚਾ ਰਹੇ ਸੀ ਕਹਿ ਲਓ ਕਿ ਡਿਮਾਂਡ ਕਰ ਰਹੇ ਹੈਗੇ ਸੀ ਤੇ ਉਸ ਟਾਈਮ ਸ਼ਾਰਟ ਸਰਵਿਸ ਕਮਿਸ਼ਨ ਆਫਿਸਰਸ ਨੇ ਆਖਿਆ ਕਿ ਬਈ ਜਿਹੜੀ ਸਾਡੀ ਵਨ ਰੈਂਕ ਹੈਗੀ ਹੈ ਇਹਦੀ ਪੈਨਸ਼ਨ ਦਾ ਸਵਾਲ ਕਿੱਥੇ ਹੈਗਾ ਉਹ ਜਿਹੜੇ ਰੈਗੂਲਰ ਆਫਿਸਰਸ ਸੀ ਉਹਨਾਂ ਨੇ ਆਖਿਆ ਕਿ ਬਈ ਇਹ ਤਾਂ ਤੁਹਾਨੂੰ ਐਂਟਾਈਟਲ ਨਹੀਂ ਹੈਗੀ ਕਿਉਂਕਿ ਤੁਹਾਡੀ ਸਰਵਿਸ ਜਿਹੜੀ ਹੈਗੀ ਹੈ ਪੈਨਸ਼ਨੇਬਲ ਨਹੀਂ ਹੈਗੀ ਨਾ ਦਿਸ ਇਜ਼ ਵੈਰੀ ਰਿਡਿਕੂਲਸ ਕਿ ਕਲਾਸ ਇੱਕ ਆਰਮ ਫੋਰਸਿਸ ਦੇ ਵਿੱਚ ਇੱਕ ਨਾਰਮਲ ਇੱਕ ਐਂਟਰੀ ਆਫਿਸਰਸ ਹੋ ਰਹੀ ਹੈ ਤੁਸੀਂ ਟ੍ਰੇਨਿੰਗ ਕਰ ਰਹੇ ਹੋ ਤੁਸੀਂ ਓਥ ਲੈ ਰਹੇ ਹੋ ਤੁਸੀਂ ਯੂਨੀਫਾਰਮ ਕਰਕੇ ਤੁਸੀਂ ਡਿਊਟੀਆਂ ਉਹੀ ਕਰ ਰਹੇ ਹੋ ਸਰਕਾਰ ਦੇ ਹੁਕਮ ਉਹੀ ਮੰਨ ਰਹੇ ਹੈਗੇ ਲੜਾਈ ਵਾਸਤੇ ਹਮੇਸ਼ਾ ਤਿਆਰ ਹੋ ਇੱਥੋਂ ਤੱਕ ਕਿ ਮਹਾਵੀਰ ਚੱਕਰਾ PVCs ਇਸ ਰੈਂਕ ਨੇ ਸ਼ਾਰਟ ਸਰਵਿਸ ਕਮਿਸ਼ਨ ਨੇ ਲਿੱਤੇ ਹੋਏ ਨੇ ਵੱਡੇ ਐਂਡ ਸੋ ਮੈਨੀ ਡੈਥਸ ਹੈਵ ਟੇਕਨ ਪਲੇਸ ਆਲਸੋ ਮਾਰਟੀਅਰ ਹੋ ਗਏ ਹੋਏ ਨੇ ਲੇਕਿਨ ਜਦੋਂ ਪ੍ਰਿਵਿਲੇਜ ਦਾ ਸਵਾਲ ਆਇਆ ਪਿਛਲੇ 55 ਸਾਲ ਤੋਂ ਕੋਈ ਨਹੀਂ ਸੁਣ ਰਿਹਾ ਫਿਰ उसके बाद फिर कुछ ऑफिसर्स ने मिलकर ऑल इंडिया शॉर्ट सर्विस कमीशन ऑफिसर्स वेलफेयर एसोसिएशन बनाई और कुछ लीगल केसेस भी पाए हाई कोर्ट भी पाया सुप्रीम कोर्ट भी कुछ केसेस चल रहे हैं इन्होंने ना कोई मेडिकल फैसिलिटी मिल रही ना इन्होंने कोई पेंशनस मिल रही ने ना इन्होंने एक्स सर्विसमैन के तौर पर देखा जाता है ना इन्हों के बच्चों को कोई इंस्टीट्यूशनस वगैरह एक्स सर्विसमैन के तौर दिए जा रही ना ही इतने के क्लब्स वगैरह के जेकर मैंबर भी बनते हैं कि उत्थे वो कोई राइट सी पहले तो मैंबर नहीं बन देंगे अगर जाते हैं तो दे कंसीडर दैम यू डोंट हैव वोटिंग राइट बिकॉज SS ऑफिसर सो एक रैंक जी प्रेजिडेंट ऑफ इंडिया की एक रैंक मिली हुई सी और वो तो साढ़े कोल आर्टिकल 18 ऑफ द कॉन्स्टिट्यूशन के तो साढ़े नाल ही रहनी है आर्टिकल 18 कहता है वे कि ऑल रैंक्स आर एबॉलिश्ड
बट नॉट मिलिट्री रैंक, ये मिलिट्री रैंक हैगी। तो मिलिट्री रैंक का जी तोहीन हैगी है, डिसऑनर हैगा वे, ये अनएक्सैप्टेबल हैगा। और ये जिहड़ा साडा वन रैंक वन पेंशन का जिहड़ी डिमांड हैगी है, जिहड़ी शॉर्ट सर्विस ने कीती हैगी है, वो जिहड़ी चीज़ हैगी है, इनू असीं चाहते हैं कि बरकरार होवे, इनू इस रैंक नू पूरी इज्जत दी जाए। और अगर असीं मानने हैं कि भाई ये वन रैंक वन प्रिविलेज दो, ठीक है, घट मिलेगा। अगर OROP टेबल के मुताबिक अगर सानू पेंशन मिलनी है 5 साल की 10 साल की, वो टेबलों मुताबिक असीं घट दी एक्सैप्टेबल, बट एज अ राइट इट शुड, दिस रैंक शुड बी टेकन एज एक इक्वैलिटी दे विच, डिस्क्रिमिनेशन नहीं होनी चाहिए। ਅੱਜ ਪੰਜਾਬ ਵਿੱਚ ਬਿਜਲੀ ਦਾ ਸੰਕਟ ਹੈ। ਬਿਜਲੀ ਦੇ ਕੱਟ ਵੀ ਲੱਗ ਰਹੇ ਹੈ, ਬਿਜਲੀ ਦੇ ਰੇਟ ਵੀ ਵੱਧ ਗਏ ਹੈ, ਬਿੱਲ ਵੀ ਬਹੁਤ ਵੱਡੇ ਆਉਣ ਲੱਗ ਗਏ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਦੌਰਾਨ ਅਸੀਂ 24 ਘੰਟੇ ਬਿਜਲੀ ਦਿੰਦੇ ਸੀ ਤੇ SC ਤੇ BC ਭਾਈਚਾਰੇ ਨੂੰ 200 ਯੂਨਿਟ ਹਰ ਮਹੀਨੇ ਹਰ ਬਿੱਲ ਵਿੱਚ ਮੁਫਤ ਦਿੰਦੇ ਸੀ। ਅੱਜ ਮੈਂ ਸਾਰੇ ਪੰਜਾਬੀਆਂ ਨੂੰ ਵਾਅਦਾ ਕਰਦਾ ਉਹਨਾਂ ਦੇ ਘਰਾਂ ਦੇ 400 ਯੂਨਿਟ ਹਰ ਮਹੀਨੇ ਸਾਡੀ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਆਉਣ ਵਾਲੀ ਸਰਕਾਰ ਉਹਨਾਂ ਨੂੰ ਮੁਫਤ ਦੇਊਗੀ। 2 ਮਹੀਨੇ ਦਾ ਬਿੱਲ ਦਾ ਮਤਲਬ 800 ਯੂਨਿਟ ਹਰ 2 ਮਹੀਨੇ 'ਚ ਜੋ ਬਿੱਲ ਆਇਆ ਕਰੂਗਾ ਉਹ ਮੁਫਤ ਹੋਣਗੇ। ਆਹ ਸਾਡਾ ਵਾਅਦਾ ਤੁਹਾਡੇ ਨਾਲ। ਉਧਰ ਸਟਰੀਟ ਵੈਂਡਰਸ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਨੇ, ਕਿਉਂਕਿ ਉਹਨਾਂ ਨੂੰ ਵੱਖ-ਵੱਖ ਸੈਕਟਰਸ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ, ਜਿੱਥੇ ਉਹਨਾਂ ਦਾ ਰੋਜ਼ਗਾਰ ਹੈ ਜੋ ਬਿਲਕੁਲ ਠੱਪ ਹੋ ਚੁੱਕਿਆ ਹੈ ਤੇ ਕਈ ਤਾਂ ਬਿਲਕੁਲ ਹੀ ਬੇਰੁਜ਼ਗਾਰ ਹੋ ਚੁੱਕੇ ਨੇ। ਤੇ ਅਜਿਹੇ ਵਿੱਚ ਹੁਣ ਨਗਰ ਨਿਗਮ ਵੱਲੋਂ ਕਈ ਤਰ੍ਹਾਂ ਦੇ ਬਿਆਨ ਦਿੱਤੇ ਗਏ ਨੇ। ਮੇਅਰ ਵੱਲੋਂ ਕਿਹਾ ਗਿਆ ਹੈ ਸਾਫ਼ ਤੌਰ ਤੇ ਕਿ ਉਹਨਾਂ ਦੇ ਨਾਲ ਮੀਟਿੰਗ ਹੋਵੇਗੀ ਤੇ ਉਹਨਾਂ ਦੀਆਂ ਮੰਗਾਂ ਹੈਗੀਆਂ ਨੇ ਜਿਹੜੀਆਂ ਕਿਸੇ ਹੱਦ ਤੱਕ ਹੱਲ ਕੀਤੀਆਂ ਜਾਣਗੀਆਂ। ਪੇਸ਼ ਰਿਪੋਰਟ। ਚੰਡੀਗੜ੍ਹ ਦੇ ਵਿੱਚ ਸਟਰੀਟ ਵੈਂਡਰ ਨੂੰ ਹੁਣ ਤੱਕ ਬੜੀ ਸਮੱਸਿਆ ਆ ਰਹੀ ਸੀ ਕਿ ਨਗਰ ਨਿਗਮ ਵੱਲੋਂ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਉਹਨਾਂ ਸੈਕਟਰਾਂ ਵਿੱਚ ਬਿਠਾ ਦਿੱਤਾ ਗਿਆ ਜਿੱਥੇ ਉਹਨਾਂ ਦਾ ਕੰਮ ਹੀ ਨਹੀਂ ਚੱਲਦਾ। ਕਿਸੇ ਨੂੰ ਸੈਕਟਰ 52 ਦੇ ਵਿੱਚ ਬਿਠਾ ਦਿੱਤਾ ਗਿਆ, ਕਿਸੇ ਨੂੰ ਸੈਕਟਰ 47 ਦੇ ਵਿੱਚ ਬਿਠਾ ਦਿੱਤਾ ਗਿਆ, ਕਿਸੇ ਨੂੰ ਸੈਕਟਰ 31 ਦੇ ਵਿੱਚ ਬਿਠਾ ਦਿੱਤਾ ਗਿਆ। ਲੇਕਿਨ ਕਈ ਵੈਂਡਰ ਅਜਿਹੇ ਸੀ ਜੋ ਕਿ ਨਗਰ ਨਿਗਮ ਵੱਲੋਂ ਸ਼ਿਫਟ ਕੀਤੇ ਜਾਣ ਦੇ ਚਲਦੇ ਬੇਰੁਜ਼ਗਾਰ ਵੀ ਹੋ ਗਏ ਸੀ ਅਤੇ ਰਹੀ ਸਹੀ ਕਸਰ ਕਰੋਨਾ ਦੀ ਮਹਾਮਾਰੀ ਨੇ ਕੱਢ ਦਿੱਤੀ ਅਤੇ ਸਾਰੇ ਵੈਂਡਰਾਂ ਦੇ ਲਈ ਭੁੱਖੇ ਰਹਿਣ ਦੀ ਨੌਬਤ ਤੱਕ ਆ ਗਈ ਸੀ। ਚੰਡੀਗੜ੍ਹ ਦੇ ਵਿੱਚ ਕਈ ਸਟਰੀਟ ਵੈਂਡਰ ਸੀ ਜਿਨ੍ਹਾਂ ਨੂੰ ਸ਼ਿਫਟ ਕੀਤਾ ਗਿਆ, ਲੇਕਿਨ ਉਹ ਸ਼ਿਫਟ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦਾ ਕੰਮ ਨਹੀਂ ਚੱਲੇਗਾ ਤੇ ਕਰੋਨਾ ਕਾਲ ਤੇ ਲੋਕਡਾਊਨ ਤੋਂ ਬਾਅਦ ਉਹਨਾਂ ਦੇ ਕੰਮ ਉਤੇ ਕਾਫੀ ਅਸਰ ਪਿਆ ਤੇ ਉਹ ਆਪਣੀ ਫੀਸ ਭਰਨ ਤੋਂ ਵੀ ਅਸਮਰੱਥ ਸੀ। सर जहाँ पहले बैठे हुए थे वहाँ तो बहुत अच्छा गुजारा था सर, इन्होंने ना तो कुछ बताया सर, ऐसी जगह भी शिफ्ट कर दिया। पहले 15 भेजा, 15 से हमारे को बड़ैल भेज दिया, फीसें फूसें थी वो भरवा ली। तो यहाँ बैठे हैं, कभी 50 को मारे कभी 100। घर का खर्चा सर उसी इंसान को पता जो यहाँ पूरे दिन बैठता है, कभी किसी से 20 पकड़ रहा है, कभी 30 पकड़ रहा है। अप डाउन का किराया है, आने जाने का ऑटो का किराया 150-200 वो लगते हैं। अब ऑटो वाले को नहीं किराया देंगे, कितना मार रखो आप यहीं पे 100 यहीं रखो। अब ऐसी जगह पटक दिया सर, वो क्या करेगा? 2-2 3-3 बच्चे हैं, उनको पढ़ाना भी है, लिखाना भी है। अब बच्चों को नहीं पढ़ाएंगे, बच्चे क्या सीखेंगे सर? उल्टी शिक्षा सीखेंगे। अब अच्छी कोई इनको शिक्षा नहीं मिलेगी, ट्यूशन नहीं मिलेगी। अब ये जितने भी सर बैठे हैं सारे, किसी की बोनी होती है, किसी की नहीं होती। कई बार हमने मीडिया के रिक्वेस्ट करी कि सर जहाँ पे थे ना सर, प्लीज़ उसी जगह पे शिफ्ट करा जाए, जो आपकी फ़ीस वगैरह है वो हम थोड़ी थोड़ी करके आपको देंगे सर। सर ऐसे ही कर रहे हैं, किसी से 20 पकड़ रहे, कभी 30 पकड़ रहे, किसी से 15-20 पकड़ते। अब उनका चढ़ रहा है, वो भी कब तक देंगे हमारे को? 2.5-2 साल होने को आ रहे हैं सर, यहाँ पे कुछ भी सेफ्टी नहीं हो रही काम की, वैसे ही बैठे हैं। ज्वेलरी का काम है, सारी ज्वेलरी यहाँ पे धूप में इतनी काली हो रही है, हर हफ्ते 5,000 का 2,000 का माल भगाना पड़ता है जब तक को ग्राहक को न माने चाहिए। और यहाँ पे ग्राहक आता पूछ के चला जाता है, वैसे ही लगाते हैं, वैसे ही स्टॉक बंद करते हैं। यहाँ कस्टमर ही नहीं है सर, 100 दिन में कोई एक ग्राहक आ रहा है, वो देख के जा रहा है, बस वैसे ही खाली बैठे हैं पूरे दिन। हमें तो उसी जगह पे शिफ्ट करा जाए, सेक्टर 17 में सर 18-19 साल वहीं पे हो गए। हमारी खुद की मम्मी को इतने पुराने बैठे हैं, घर बैठे हैं, वहाँ पे अड्डे दिए में कोई काम ही नहीं है। हमें सर बहुत मुश्किल हो रही है यहाँ पर। हमें 28-30 साल से 22 में काम करे थे, वहाँ से उठा के एकदम यहाँ बिठा दिया गया है। किसी भी ग्राहक, किसी भी दुकानदार का कोई भी काम नहीं निकल रहा है। पैसे उधार पे उठाते हैं, हम उधार ही नहीं दे पा रहे हैं।
होलसेलरों के हम पैसे नहीं दे पा रहे, थोड़ी थोड़ी वैरायटी लेके आ रहे हैं, ऊपर से हमें इस कोरोना बीमारी ने मारा हुआ है, ऊपर से हमारे दबाव दिया जा रहा है, तुम्हारे लाइसेंस रद्द कर दिए जाएंगे। अगर हम थोड़ा बहुत गुजारा 150 का यहाँ से कर रहे हैं तो हमारे लाइसेंस रद्द कर रहे हैं। हमारे साथ कॉम्प्रोमाइज़ कीजिए, कुछ हमें बताइए भी हम अपनी किस्तें कैसे धीरे धीरे भरें। अगर हमारी पूरी फीसें माफ़ नहीं कर सकते, कुछ तो हमें राहत दीजिए। तो यहाँ पे काम नहीं चल रहा, कारपोरेशन वालों की ही ड्यूटी लगाइए। अगर हमें 10 दिन यहाँ बैठ के देखें हम कैसे कमा के खा रहे हैं यहाँ पर। तो घर का खर्चा किस तरह? घर का खर्चा भी ऐसे ही चल रहा है, कभी पहले ज़्यादा खाते थे अब थोड़ा खा रहे हैं, बच्चों को नहीं पढ़ा रहे, 2 साल से घर बैठे हैं, कोरोना की वजह से ही बैठे हैं, कुछ सरकार की वजह से बैठे हैं। हम लोग 2 साल हो गए बच्चे घर बैठे हैं, नहीं पढ़ पा रहे बच्चे। बताओ, शादियाँ शुदियाँ बच्चों की करनी है, सब कुछ करना इतनी मुश्किल हो रही है, इतनी मुश्किल हो रही है। बच्चे आधे तो बच्चे चोरियाँ करने लग गए, यहाँ से आधे टाइम तो हमारा माल चोरी हो जाता है। बताओ क्या करें, हम कहाँ जाएं, किसके आगे रोएं? बताओ, हमारे कौन हमारी सुनने वाला? कोई नहीं हमारी सुनने वाला। प्लीज़ हम तो हाथ जोड़ के रिक्वेस्ट करते हैं, प्लीज़ 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 कृपया करके हमारे सब पे कुछ दया करो, हमारी फीसें माफ़ की जाएं, या हमें कुछ भी ऐसी बताएं भी हम जिस तरीके से अपनी थोड़ी बहुत जो सरकार नहीं भी मान रही थोड़ी बहुत हम जमा करवा सकें। बाकी हमें हमारी हाथ जोड़ के यही रिक्वेस्ट है सरकार से, जहाँ हम बैठे थे प्लीज़ हमें वहीं बिठाया जाए। ਹੁਣ ਨਗਰ ਨਿਗਮ ਦੇ ਮੇਅਰ ਰਵੀਕਾਂਤ ਸ਼ਰਮਾ ਦਾ ਕਹਿਣਾ ਹੈ ਕਿ ਉਹ ਵੈਂਡਰਾਂ ਦੀ ਗੱਲ ਦੇ ਨਾਲ ਸਹਿਮਤ ਨੇ ਤੇ ਇਸ ਨੂੰ ਲੈ ਕੇ ਸਦਨ ਦੇ ਵਿੱਚ ਚਰਚਾ ਵੀ ਹੋ ਚੁੱਕੀ ਹੈ, ਜਿਸ ਉਤੇ ਨਗਰ ਨਿਗਮ ਨੇ ਹੁਣ ਇਹ ਮਤਾ ਪਾਸ ਕੀਤਾ ਹੈ ਕਿ ਵੈਂਡਰਾਂ ਨੂੰ ਉਹਨਾਂ ਦੀ ਪੁਰਾਣੀ ਥਾਂ ਤੇ ਯਾਨੀ ਕਿ ਉਹਨਾਂ ਨੂੰ ਪੁਰਾਣੇ ਸੈਕਟਰਾਂ ਦੇ ਆਸ-ਪਾਸ ਹੀ ਸ਼ਿਫਟ ਕੀਤਾ ਜਾਵੇਗਾ ਤਾਂ ਕਿ ਉਹਨਾਂ ਦਾ ਰੋਜ਼ਗਾਰ ਚੱਲ ਸਕੇ। देखिए, वेंडर का एक मुद्दा ज़रूर है जो अभी अटका हुआ है, और इनको जिस तरह से पहले वेंडर एक्ट के माध्यम से साइटें अलॉट हुई थी, मगर कहीं ना कहीं उसमें बहुत गलती हुई है। टाउन वेंडिंग कमेटी ने जो फैसला लिया है हमें भी मंजूर नहीं है, हम भी सारे पार्षद मेयर होने के नाते मैं भी उससे सहमत नहीं हूँ। मगर जो मेन मुद्दा था वेंडर का वो 17, 22 और 19 का, अभी भी हमने 17, 22, 19 को छोड़ के बाकी सेक्टरों के जितने वेंडर है हमने सदन में पास करके भेजा है कि इनको यहाँ पे जिस मार्केट में थे, अगर मार्केट वालों को कोई ऑब्जेक्शन नहीं है तो इनको वहीं पे बैठा दिया जाए, क्योंकि किसी मार्केट में 5 लोग थे, 10 लोग थे, जहाँ ऑब्जेक्शन है वहाँ पे नज़दीक के किसी जगह पे, ताकि मार्केट के आसपास लोग उनका बिजनेस इतने सालों से 20-20 सालों से कर रहे हैं, तो लोग उनके वेंडर के पास आके अपनी जो चीज़ें हैं वो ख़रीद सके और उनको भी एक कस्टमर बेस जो उनका उस एरिया में बना हुआ है वो रहें। इसके लिए हम प्रयास कर रहे हैं। और अभी टाउन वेंडिंग कमेटी जो है वो उसका टेन्योर ख़त्म हो चुका है, नई टाउन वेंडिंग कमेटी मुझे लगता है इस महीने में बन जाएगी, और बहुत जल्दी हम वेंडर का जो इशू है इसको भी रिजॉल्व करके अपना 17, 22 और 19 को छोड़ के बाकी सबका हम पूरा इनका जो निवारण है उनको करेंगे। और इनमें भी जो एक्स्ट्रा होंगे साइटों से ज़्यादा है उनको भी ऐसी जगह पे जहाँ पे जी अपनी रोजी रोटी कमा सकें वहाँ पे ज़रूर जगह देंगे। जी बिल्कुल, हम वेंडर के बिल्कुल साथ हैं ताकि उनका रोज़गार ना, वेंडर एक्ट का मतलब क्या है? उन लोगों को रोज़गार देना, और रोज़गार ये इसलिए एक्ट आया था कि उनको एक कानूनी तौर पे एक अधिकार मिल जाए कि यहाँ पे बैठ सकते हैं, वो कर सकते हैं। जो अफसरशाही, जो इंस्पेक्टर राज उनके ऊपर हावी होता था, उससे उनका जो है वो हम निवारण करना चाह रहे थे। मगर इस कानून को जिस तरह से इम्प्लीमेंट किया गया, मैं बिल्कुल भी उसके साथ सहमति मेरी नहीं है, और मैं बिल्कुल अभी नए कमिश्नर मैडम आ गए हैं, उनको भी बोला है बहुत जल्दी हम वेंडर्स का जो ये समस्या का समाधान है वो जल्दी करने जा रहे हैं। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਅੱਜ ਪੰਜਾਬ ਵਿੱਚ ਬਿਜਲੀ ਦਾ ਸੰਕਟ ਹੈ, ਬਿਜਲੀ ਦੇ ਕੱਟ ਵੀ ਲੱਗ ਰਹੇ ਹੈ, ਬਿਜਲੀ ਦੇ ਰੇਟ ਵੀ ਵੱਧ ਗਏ ਹੈ, ਬਿੱਲ ਵੀ ਬਹੁਤ ਵੱਡੇ ਆਉਣ ਲੱਗ ਗਏ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਦੌਰਾਨ ਅਸੀਂ 24 ਘੰਟੇ ਬਿਜਲੀ ਦਿੰਦੇ ਸੀ ਤੇ ਐਸਸੀ ਤੇ ਬੀਸੀ ਭਾਈਚਾਰੇ ਨੂੰ 200 ਯੂਨਿਟ ਹਰ ਮਹੀਨੇ ਹਰ ਬਿੱਲ ਵਿੱਚ ਮੁਫਤ ਦਿੰਦੇ ਸੀ। ਅੱਜ ਮੈਂ ਸਾਰੇ ਪੰਜਾਬੀਆਂ ਨੂੰ ਵਾਅਦਾ ਕਰਦਾ ਉਹਨਾਂ ਦੇ ਘਰਾਂ ਦੇ 400 ਯੂਨਿਟ ਹਰ ਮਹੀਨੇ ਸਾਡੀ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਆਉਣ ਵਾਲੀ ਸਰਕਾਰ ਉਹਨਾਂ ਨੂੰ ਮੁਫਤ ਦੇਊਗੀ। 2 ਮਹੀਨੇ ਦਾ ਬਿੱਲ ਦਾ ਮਤਲਬ 800 ਯੂਨਿਟ ਹਰ 2 ਮਹੀਨੇ 'ਚ ਜੋ ਬਿੱਲ ਆਇਆ ਕਰੂਗਾ ਉਹ ਮੁਫਤ ਹੋਣਗੇ। ਆਹ ਸਾਡਾ ਵਾਅਦਾ ਤੁਹਾਡੇ ਨਾਲ। ਕੈਂਸਰ ਇੱਕ ਅਜਿਹੀ ਬਿਮਾਰੀ ਹੈ ਕਿ
ਇਸ ਦਾ ਇਲਾਜ ਕਰਵਾਉਣਾ ਇੱਕ ਆਮ ਜਿਹੇ ਇਨਸਾਨ ਕੋਲ ਬਹੁਤ ਜ਼ਿਆਦਾ ਔਖਾ ਹੈ। ਜੇ ਭਾਰਤ ਦੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਆਬਾਦੀ ਦਾ ਵੱਡਾ ਹਿੱਸਾ ਹੈਗਾ ਜਿਹੜਾ ਉਹ ਕੈਂਸਰ ਦੇ ਨਾਲ ਪੀੜਿਤ ਹੈ ਤੇ ਹਜ਼ਾਰਾਂ ਲੋਕਾਂ ਦੀ ਹਰ ਸਾਲ ਇਸ ਦੇ ਕਰਕੇ ਮੌਤ ਹੋ ਜਾਂਦੀ ਹੈ ਤੇ ਆਮ ਜਿਹੇ ਲੋਕ ਉਹਨਾਂ ਦੀ ਮੌਤ ਇਸੇ ਕਰਕੇ ਹੁੰਦੀ ਹੈ ਕਿਉਂਕਿ ਉਹਨਾਂ ਦੇ ਬਜਟ ਦੇ ਵਿੱਚ ਨਹੀਂ ਹੁੰਦਾ ਇਸ ਦਾ ਇਲਾਜ ਕਰਵਾਉਣਾ। ਤਾਂ ਤੁਹਾਨੂੰ ਦੱਸਦੇ ਕਿ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਅਜਿਹੀ ਚੈਰੀਟੇਬਲ ਟਰਸਟ ਵੀ ਹੈਗੀ ਹੈ ਜੋ ਲੋਕਾਂ ਦਾ ਮੁਫਤ ਕੈਂਸਰ ਇਲਾਜ ਕਰਵਾਵੇਗੀ। ਤੁਹਾਨੂੰ ਦੱਸਦੇ ਕਿ ਚੰਡੀਗੜ੍ਹ ਸਥਿਤ ਇਸਬੁਲ ਚੈਰੀਟੇਬਲ ਟਰਸਟ ਹੈ ਜੋ ਕੈਂਸਰ ਮਰੀਜ਼ਾਂ ਦਾ ਮੁਫਤ ਵਿੱਚ ਇਲਾਜ ਕਰਾਉਂਦੀ ਹੈ। ਇਸਬੁਲ ਚੈਰੀਟੇਬਲ ਟਰਸਟ ਨੇ ਕਰੀਬ 350 ਤੋਂ ਵੱਧ ਮਰੀਜ਼ਾਂ ਦੀ ਦੇਖਭਾਲ ਤੋਂ ਲੈ ਕੇ ਮੈਡੀਸਿਨ ਤੇ ਹੋਰਨਾਂ ਖਰਚੇ ਆਪਣੇ ਟਰਸਟ ਦੇ ਜ਼ਰੀਏ ਹੀ ਪੂਰੇ ਕੀਤੇ ਨੇ। ਇਸ ਚੈਰੀਟੇਬਲ ਟਰਸਟ ਦੇ ਫਾਊਂਡਰ ਜਸਜੀਤ ਸਿੰਘ ਸੋਹਲ ਨੇ ਦੱਸਿਆ ਹੈ ਕਿ ਬੀਤੇ 4 ਸਾਲ ਪਹਿਲਾਂ ਉਹਨਾਂ ਦੀ ਬੇਟੀ ਇਸਬੁਲ ਕੈਂਸਰ ਬਿਮਾਰੀ ਨਾਲ ਪੀੜਿਤ ਹੋਈ ਸੀ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ, जिस तो बाद उन्होंने मुहिम शुरू की थी। मैं अपना हस्बैंड का इलाज कराने आई हूँ कैंसर का, और सरदार जी ने हमारी बहुत मदद की है और सुखमनी मैम भी 6 महीना साल भर उन्होंने दवाई चलवाया मुझे और दिलवाए हैं। सारे ने मिलके मुझे बहुत मदद की है। जी नहीं, मैं दिल्ली रहती हूँ। कभी काल इधर जब इलाज होता है तो महीने महीने इधर आती हूँ। जब भी फ़ोन करी हूँ तो इन दोनों ने हमें मदद किया है। बेसिकली ये बेसिकली अकेला कैंसर ही नहीं है जहाँ पे, बेसिकली ये क्रॉनिक डिजीज़ हैं जो दो हैं जो प्रोमिनेंट हैं। फर्स्ट है किडनी फेलियर्स एंड दूसरा है कैंसर। इसके जहाँ पे इस इंस्टीट्यूट में सबसे ज़्यादा पेशेंट वही हैं जिनका पिछले 3-3, 4-4, 5-5 साल से इलाज चल रहा है और वो पेशेंट हैं पैन इंडिया लेवल पे हैं, बिहार से, बंगाल से, यूपी, झारखंड, सभी जगह से यहाँ पे पेशेंट आते हैं। और ये धर्मशाला बेसिकली बच्चों के लिए हैं, जिन बच्चों के लिए कैंसर से पेशेंट हैं और किडनी फेलियर वाले हैं। बेसिकली ये हमारी जो ये है ये हमने शुरू किया था आज से ऑलमोस्ट 4 साल पहले। ऑन द बेसिस भी एक बच्ची थी जो शनूर थी जो भी कैंसर से जूझ रही थी और 11 महीने वो पीजीआई में रही और बट वो सरवाइव नहीं कर पाई। तो एक मिशन था अभी जब 11 महीने पीजीआई में देखा भी इतनी प्रॉब्लम्स हैं यहाँ पे और चलो ठीक है हम तो अपना इलाज करवा रहे थे, पर 90% ऑफ केसेस में ये देखा गया था भी अफोर्डेबल ट्रीटमेंट नहीं है ये वाले, क्योंकि ये ट्रीटमेंट बहुत लंबे हैं और महंगे हैं। तो फिर उसमें ये आया ख्याल भी चलो कैन वी डू समथिंग, कितना कुछ कर सकते हैं। तो उस कंटेक्स्ट में ये छोटा सा एक हमने शुरू किया था एंड अभी हम थोड़ा मूव कर रहे हैं आगे, बट अकेले कुछ लोगों से जुड़ने से ये थोड़ा बहुत जब हम जितना कर पा रहे हैं, बट हमारी सिर्फ सिस्टम लेवल पे गुजारिश यही है भी ये जो गवर्नमेंट्स हैं और जो बेसिकली चाहे स्टेट गवर्नमेंट हो चाहे सेंट्रल गवर्नमेंट हो, तो उनको ये ध्यान में ज़रूर रखें भी, क्योंकि सबसे पहले जैसे कोविड के लिए सारा वर्ल्ड एक यूनाइटेड हुआ है, तो बट बहुत सी डिजीज़ें ऐसी भी हैं जिसको हमने बिल्कुल भूल गए हैं, छोड़ दिया है हमने। फॉर एग्ज़ाम्पल जो डेथ्स हो रही हैं आज की डेट में, रिकॉर्डेड फिगर है ऑलमोस्ट 40 to 45,000 डेथ्स पर ईयर होती हैं इस कंट्री में, अकेले इंडिया में, ब्लड कैंसर की वजह से। एंड ब्लड कैंसर में जो 4 तरह के हैं मेनली, लिम्फोमा है, लुकीमिया है, थैलेसीमिया भी है, एक ब्लड डिसऑर्डर है वो, एंड लुकीमिया। एंड उस कंटेक्स्ट में ये जो अल्टीमेट ट्रीटमेंट है ये इनके सभी जो ब्लड डिसऑर्डर्स हैं उनका ट्रीटमेंट तो स्टेम सेल्स है, स्टेम सेल से बोन मैरो ट्रांसप्लांट्स। पर बोन मैरो ट्रांसप्लांट हमारे कंट्री में पहली बात तो डोनर ही नहीं है, डोनर हो सकते हैं बट अवेयरनेस नहीं है, उसका रीज़न ये है। ਮੌਸਮ ਜਦੋਂ ਵੀ ਬਦਲਦਾ ਹੈ ਤਾਂ ਉਸ ਦੌਰਾਨ ਲੋਕ ਬਾਹਰੀ ਸੂਬਿਆਂ ਦੇ ਵਿੱਚ ਘੁੰਮਣ ਜਾਣ ਦੀ ਪਲੈਨਿੰਗ ਜ਼ਰੂਰ ਕਰਦੇ ਹੈਗੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਚੰਡੀਗੜ੍ਹ 에ਅਰਪੋਰਟ ਤੇ ਇਹਨਾਂ ਥਾਵਾਂ ਤੇ ਵੱਖ-ਵੱਖ ਥਾਵਾਂ ਦੇ ਲਈ ਫਲਾਈਟਸ ਹੈਗੀਆਂ ਨੇ ਜਿਹੜੀਆਂ ਉਹ ਸ਼ੁਰੂ ਕਰਨ ਦੀ ਪ੍ਰਕਿਰਿਆ ਹੈਗੀ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ। ਅਕਤੂਬਰ ਦੇ ਦੂਜੇ ਹਫ਼ਤੇ ਵਿੱਚ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਆਪਣੀ ਆਪਰੇਸ਼ਨਲ ਲਿਸਟ ਵਿੱਚ ਰਾਂਚੀ ਅਤੇ ਜੋਧਪੁਰ ਨੂੰ ਵੀ ਜੋੜ ਦੇਵੇਗਾ। ਮਿਲੀ ਜਾਣਕਾਰੀ ਦੇ ਮੁਤਾਬਿਕ ਪਿੰਕ ਵਿੰਟਰ ਸ਼ੈਡਿਊਲ ਵਿੱਚ ਝਾਰਖੰਡ ਦੇ ਰਾਂਚੀ ਤੋਂ ਪਟਨਾ ਤੇ ਰਾਜਸਥਾਨ ਦੇ ਜੋਧਪੁਰ ਨੂੰ ਜੋੜਨ ਵਾਲੀਆਂ ਨਵੀਆਂ ਫਲਾਈਟਸ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਤੋਂ ਇਲਾਵਾ 에ਅਰਪੋਰਟ ਜੰਮੂ
ਤੇ ਪਟਨਾ ਦੇ ਲਈ ਆਪਣੀਆਂ ਉਡਾਨਾਂ ਫਿਰ ਤੋਂ ਸ਼ੁਰੂ ਕਰੇਗਾ, ਜਿਸ ਨੂੰ ਅੱਗੇ ਰਾਂਚੀ ਤੱਕ ਰਵਾਨਾ ਕੀਤਾ ਜਾਵੇਗਾ। CEO ਅਜੇ ਭਾਰਦਵਾਜ ਨੇ ਦੱਸਿਆ ਹੈ ਕਿ ਉਹ ਜੰਮੂ ਅਤੇ ਪਟਨਾ ਵਿੱਚ ਫਿਰ ਤੋਂ ਆਪਣੇ ਆਪਰੇਸ਼ਨਲ ਰੈਜ਼ਿਊਮ ਕਰਨਗੇ। ਪਟਨਾ ਵਿੱਚ ਰੁਕਣ ਤੋਂ ਬਾਅਦ ਫਲਾਈਟ ਰਾਂਚੀ ਦੇ ਲਈ ਰਵਾਨਾ ਹੋਵੇਗੀ। ਉਹਨਾਂ ਨੇ ਕਿਹਾ ਹੈ ਕਿ ਅਸੀਂ ਜੋਧਪੁਰ ਦੇ ਲਈ ਸਿੱਧੀਆਂ ਉਡਾਨਾਂ ਜੋੜਾਂਗੇ। ਗੱਲ ਮੌਸਮ ਦੀ ਵੀ ਕਰ ਲੈਂਦੇ ਹਾਂ ਤਾਂ ਮੌਸਮ ਲਗਾਤਾਰ ਲੋਕਾਂ ਨੂੰ ਸਤਾ ਰਿਹਾ ਹੈਗਾ। ਅੱਤ ਦੀ ਗਰਮੀ ਪੈ ਰਹੀ ਹੈ, ਜਿਸ ਦੇ ਕਰਕੇ ਲੋਕਾਂ ਦੇ ਪਸੀਨੇ ਛੁੱਟ ਰਹੇ ਹੈਗੇ ਨੇ ਤੇ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਹੁਣ ਇਸ ਅੱਤ ਦੀ ਗਰਮੀ ਤੋਂ ਥੋੜਾ ਜਿਹਾ ਸਾਨੂੰ ਛੁਟਕਾਰਾ ਮਿਲੇ ਤੇ ਮੀਂਹ ਪਵੇ। ਤਾਂ ਤਾਪਮਾਨ ਦੀ ਵੀ ਹੁਣ ਗੱਲ ਕਰ ਲੈਂਦੇ ਹਾਂ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਦਾ ਤਾਪਮਾਨ ਕੀ ਕਹਿੰਦਾ। ਤੁਹਾਨੂੰ ਦੱਸ ਦਈਏ ਕਿ ਅੱਜ ਵੱਧ ਤੋਂ ਵੱਧ ਤਾਪਮਾਨ 33.8 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 28.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।